ਧੰਨ ਵਾਹਿਗੁਰੂ ਜੀ। ਮਲਾਰ। ਹਰ ਜਪਤ ਤੇਉ ਜਨਾ, ਪਦਮ ਕਵਲਾਸ ਪਤ। ਤਾਸ ਸਮ ਤੁਲ ਨਹੀਂ ਆਨ ਕੋ, ਏਕ ਹੀ ਏਕ ਅਨੇਕ ਹੋਏ ਬਿਸਥਰਿਓ। ਆਨ ਰੇ ਆਨ ਭਰਪੂਰ ਸੋ ਰਹਾਉ। ਜਾ ਕੈ ਭਾਗਵਤ ਲੇਖੀਐ, ਅਵਰ ਨਹੀਂ ਪੇਖੀਐ। ਤਾਸ ਕੀ ਜਾਤ ਆਸ਼ੋਪ ਸ਼ੀਪਾ, ਬਿਆਸ ਮਹਿ ਲੇਖੀਐ, ਸਨਕ ਮਹਿ ਪੇਖੀਐ। ਨਾਮ ਕੀ ਨਾਮਨਾ ਸਪਤ ਦੀਪਾ, ਜਾ ਕੈ ਈਦ ਬਕਰੀਦ ਕੁਲ ਗਊਰੇ ਬਧ ਕਰਹਿ। ਮਾਨੀਅਹਿ ਸ਼ੇਖ ਸ਼ਹੀਦ ਪੀਰਾ, ਜਾ ਕੈ ਬਾਪ ਵੈਸੀ ਕਰੀ, ਪੂਤ ਐਸੀ ਸਰੀ। ਤਿਹੂ ਰੇ ਲੋਕ ਪ੍ਰਸਿੱਧ ਕਬੀਰਾ, ਜਾ ਕੇ ਕੁਟੰਬ ਕੇ ਢੇੜ ਸਭ ਢੋਰ ਢੋਵੰਤ ਫਿਰਹਿ। ਅਜਹੋਂ ਬਨਾਰਸੀ ਆਸ ਪਾਸਾ, ਆਚਾਰ ਸਹਿਤ ਵਿਪਰ ਕਰੈ ਡੰਡੌਤ। ਤਿਨ ਤਨੈ ਰਵਿਦਾਸ ਦਾਸਾਨ ਦਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ, ਗੁਰਬਾਣੀ ਦੇ ਪਾਠ ਸਤਸੰਗਤ ਰੂਪ ਵਿੱਚ ਸੱਜ ਕੇ ਆਪ ਜੀ ਨੇ ਬੜੇ ਪ੍ਰੇਮ ਸਹਿਤ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਜਿਸ ਪਾਵਨ ਸ਼ਬਦ ਦਾ ਪਾਠ ਆਪ ਜੀ ਨੇ ਦਾਸ ਪਾਸੋਂ ਸ਼ਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 1293 ਉੱਪਰ ਰਾਗ ਮਲਾਰ ਦੇ ਵਿੱਚ ਇਹ ਪਾਵਨ ਸ਼ਬਦ ਸੁਭਾਏਮਾਨ ਹੈ। ਇਸ ਰਾਗ ਵਿੱਚ ਭਗਤ ਰਵਿਦਾਸ ਜੀ ਦੇ ਕੁੱਲ 3 ਸ਼ਬਦ ਨੇ ਔਰ ਇਹ ਦੂਜਾ ਸ਼ਬਦ ਹੈ ਜਿਸ ਦਾ ਪਾਠ ਆਪ ਜੀ ਨੇ ਸੁਣਿਆ ਹੈ। ਇਸ ਤੋਂ ਪਹਿਲਾ ਸ਼ਬਦ ਜਿਸ ਨੂੰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਵਿਚਾਰਨ ਦਾ ਯਤਨ ਕੀਤਾ ਹੈ ਤੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਭਗਤ ਰਵਿਦਾਸ ਸਾਹਿਬ ਮਹਾਰਾਜ ਉਸ ਮੁਬਾਰਕ ਸ਼ਬਦ ਵਿੱਚ ਬਾ ਕਮਾਲ ਉਦਾਹਰਣਾਂ ਦੇ ਕੇ ਧਰਮੀ ਮਨੁੱਖ ਦੇ ਜੀਵਨ ਦੀ ਵਡਿਆਈ ਨੂੰ ਕਿਵੇਂ ਬਿਆਨ ਕਰਦੇ ਹਨ। ਉਸ ਸਮੁੱਚੇ ਸ਼ਬਦ ਵਿੱਚ ਜਿਹੜਾ ਆਰੰਭ ਹੁੰਦਾ, ਨਾਗਰ ਜਨਾ ਮੇਰੀ ਜਾਤ ਵਿਖਿਆਤ, ਚਮਾਰੰਗ ਹਿਰਦੈ ਰਾਮ ਗੋਬਿੰਦ ਗੁਣ ਸਾਰੰਗ ਇਤਿਆਦਿ, ਜਿੱਥੇ ਜਾਤ ਦਾ, ਕੁੱਲ ਦਾ, ਵਰਣ ਦਾ, ਉੱਚੇ ਹੋਣ ਦਾ ਗਰਬ, ਗਰੂਰ ਤੇ ਹੰਕਾਰ ਨਖਿੱਧ ਹੈ, ਉੱਥੇ ਉਹਨਾਂ ਨੇ ਦੱਸਿਆ ਵੀ ਮਨੁੱਖ ਦਾ ਕਰਮ ਹੀ ਉਸ ਨੂੰ ਉੱਚਿਆਂ ਕਰਦਾ ਹੈ। ਜੇ ਉਸ ਦਾ ਕਰਮ ਨਿਰਮਲ ਹੈ ਤਾਂ ਮਨੁੱਖ ਹਰ ਜਗ੍ਹਾ 'ਤੇ ਉਜਲਾ ਹੈ। ਜੇ ਕਰਮ ਨਖਿੱਧ ਹੈ ਤੇ ਫਿਰ ਅਸੀਂ ਭਾਵੇਂ ਜਿੰਨੀਆਂ ਮਰਜ਼ੀ ਫੋਕੀਆਂ ਵਡਿਆਈਆਂ ਆਪਣੀਆਂ ਕਰੀ ਜਾਈਏ ਜਾਂ ਕਰਵਾਈ ਜਾਈਏ, ਉਹ ਕਿਸੇ ਅਰਥ ਕਿਸੇ ਲੇਖੇ ਨਹੀਂ। ਉਹ ਤੇ ਇੱਕ ਦੇਖਾ ਦੇਖੀ ਹੈ। ਔਰ ਉਹਨਾਂ ਨੇ ਮਹਿਮਾ ਬਿਆਨ ਕੀਤੀ ਪਰਮੇਸ਼ਰ ਦੇ ਗੁਣਾਂ ਦੀ, ਰੱਬੀ ਰਾਹ 'ਤੇ ਤੁਰਨ ਦੀ, ਧਰਮ ਨੂੰ ਜੀਣ ਤੇ ਹੰਢਾਉਣ ਦੀ। ਸੋ ਇਹ ਜੋ ਮੁਬਾਰਕ ਸ਼ਬਦ ਹੈ, ਪਹਿਲੇ ਸ਼ਬਦ ਦੇ ਪ੍ਰਕਰਣ ਨੂੰ ਹੀ ਅੱਗੇ ਤੋਰਦਾ ਹੈ, ਜਾਣੀ ਕਿ ਜੋ ਕੁਝ ਉਸ ਵਿੱਚ ਬਿਆਨ ਕੀਤਾ ਹੈ
ਉਸ ਨੂੰ ਹੋਰ ਤਫਸੀਲ ਨਾਲ ਐਕਸਪਲੇਨੇਸ਼ਨ ਦੇ ਕੇ ਉਸ ਦੀ ਹੋਰ ਵਿਆਖਿਆ ਕਰਕੇ ਇਸ ਮੁਬਾਰਕ ਸ਼ਬਦ ਵਿੱਚ ਬਿਆਨ ਕੀਤਾ ਹੈ। ਸ਼ਬਦ ਦਾ ਰਹਾਉ ਵਾਲਾ ਬੰਦ ਹੈ, ਹਰ ਜਪਤ ਤੇਊ ਜਨਾ। ਤੇਊ ਜਨਾ ਮਤਲਬ ਉਹ ਜਨ, ਉਹ ਰੱਬ ਦੇ ਬੰਦੇ, ਉਹ ਧਰਮੀ ਜੀਵੜੇ, ਉਹ ਸਤਪੁਰਖ, ਨੇਕ ਆਚਰਣ ਵਾਲੇ, ਉੱਚੇ ਜੀਵਨ ਵਾਲੇ, ਸ਼ੁਭ ਕਰਮ ਕਰਨ ਵਾਲੇ, ਨਿਰਮਲ ਜੀਵਨ ਵਾਲੇ, ਗੁਰਮੁਖ ਜਨ ਹਰ ਜਪਤ, ਸਦਾ ਹਰੀ ਨੂੰ ਜਪਦੇ ਨੇ, ਸਦਾ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿੰਦੇ ਨੇ, ਸਦਾ ਉਸ ਮਾਲਕ ਦੇ ਹਰ ਥਾਂ ਦੇ ਉੱਤੇ ਹੋਣ ਦਾ ਅਹਿਸਾਸ ਕਰਦੇ ਨੇ। ਹਰ ਜਪਤ ਤੇਊ ਜਨਾ ਪਦਮ ਕਵਲਾਸ ਪਤ। ਪੁਰਾਣ ਕਥਾਵਾਂ ਵਿੱਚ ਕੁਝ ਨਾਮ ਵਰਤੇ ਜਾਂਦੇ ਨੇ, ਪਦਮਾਪਤੀ, ਕਵਲਾਪਤੀ, ਦੋਵਾਂ ਦਾ ਅਰਥ ਇੱਕ ਹੀ ਹੈ। ਜੋ ਮਾਇਆ ਨੂੰ ਰਚਣ ਵਾਲਾ ਹੈ, ਮਾਇਆ ਦਾ ਪਤੀ ਹੈ, ਇੱਥੇ ਇਹ ਭਾਵ ਹੈ। ਜੋ ਮਾਲਕ, ਜੋ ਪਰਮੇਸ਼ਰ ਨੇ ਇਸ ਸੰਸਾਰ ਰੂਪ ਮਾਇਆ ਨੂੰ ਸਿਰਜਿਆ ਤੇ ਬਣਾਇਆ, ਜਗਤ ਨੂੰ ਮਾਇਆ ਕਿਹਾ ਬਾਣੀ 'ਚ, ਇਸ ਨੂੰ ਸਿਰਜਣ ਵਾਲਾ ਖਸਮ ਹੈ, ਪਤੀ ਹੈ, ਮਾਲਕ ਹੈ। ਤੋ ਜਗਤ ਰੂਪ ਮਾਇਆ ਨੂੰ ਸਿਰਜਣ ਵਾਲਾ ਜੋ ਸਿਰਜਣਹਾਰ ਤੇ ਇਹਨੂੰ ਚਲਾਉਣ ਵਾਲਾ ਜੋ ਚਾਲਕ, ਇਸ ਦਾ ਨਾਥ ਖਸਮ ਸਿਰਜਣਹਾਰਾ ਜੋ ਪਰਮੇਸ਼ਰ ਹੈ। ਹਰ ਜਪਤ ਤੇਊ ਜਨਾ ਪਦਮ ਕਵਲਾਸ ਪਤ, ਤਾਸ ਸਮ ਤੁਲ ਨਹੀਂ ਆਨ ਕੋ। ਉਹ ਤੇਊ ਜਨਾ, ਉਹ ਗੁਰਮੁਖ ਜਨ ਜਿਹੜੇ ਨੇ, ਰੱਬੀ ਪਿਆਰੇ ਜਿਹੜੇ ਨੇ, ਧਰਮੀ ਪੁਰਖ ਜਿਹੜੇ ਨੇ, ਉਸ ਪਰਮੇਸ਼ਰ ਦੇ ਸਮਾਨ ਕਿਸੇ ਹੋਰ ਹਸਤੀ ਨੂੰ ਨਹੀਂ ਮੰਨਦੇ। ਨਾ ਕਿਸੇ ਦੇਵੀ ਦੇਵਤੇ ਨੂੰ ਮੰਨਦੇ ਨੇ, ਨਾ ਕਿਸੇ ਹੋਰ ਐਸੀ ਕਿਸੇ ਵੀ ਪਰਸਨੈਲਿਟੀ ਨੂੰ, ਕਿਸੇ ਵੀ ਸ਼ਖਸੀਅਤ ਨੂੰ, ਕਿਸੇ ਵੀ ਹੋਰ ਤਾਕਤ ਨੂੰ ਉਸ ਪਰਮੇਸ਼ਰ ਦਾ ਰੁਤਬਾ ਨਹੀਂ ਦਿੰਦੇ। ਉਹਨਾਂ ਦਾ ਮੰਨਣਾ ਹੈ ਇੱਕ ਮਾਲਕ ਹੀ ਸਾਰੇ ਜਗਤ ਦਾ ਪੈਦਾ ਕਰਤਾ ਹੈ, ਚਲਾਉਣ ਵਾਲਾ ਹੈ, ਨਾਸ਼ ਕਰਤਾ ਹੈ। ਉਹ ਇੱਕ ਪਰਮੇਸ਼ਰ ਦਾ ਰੁਤਬਾ ਸਭ ਤੋਂ ਉੱਚਾ, ਇੱਕ ਰੱਬ ਦਾ, ਇੱਕ ਅਕਾਲ ਪੁਰਖ ਦਾ, ਇੱਕ ਅੱਲਾਹ ਦਾ, ਇੱਕ ਖੁਦਾ ਦਾ, ਇੱਕ ਭਗਵਾਨ ਦਾ, ਜਿਸ ਦੀ ਬੜੀ ਤਫਸੀਲ ਸਹਿਤ ਐਕਸਪਲੇਨੇਸ਼ਨ ਤੇ ਵਿਆਖਿਆ ਸਮੁੱਚੇ ਗੁਰੂ ਗ੍ਰੰਥ ਸਾਹਿਬ ਵਿੱਚ ਕੀਤੀ ਗਈ ਹੈ ਵੀ ਉਹ ਇੱਕ ਪਰਮੇਸ਼ਰ ਦਾ ਸਰੂਪ ਕੀ ਹੈ। ਔਰ ਖਾਸ ਰੂਪ ਵਿੱਚ ਉਹ ਸਾਨੂੰ ਮੰਗਲਾਚਰਨ ਵਿੱਚ ਦ੍ਰਿੜ ਕਰਾਇਆ ਗਿਆ। ਉਸ ਦੀ ਵਿਆਖਿਆ ਬਾਣੀ ਦੇ ਵਿੱਚ ਹਰ ਮਹਾਂਪੁਰਖ ਨੇ ਆਪਣੇ ਆਪਣੇ ਸ਼ਬਦਾਂ ਵਿੱਚ ਕੀਤੀ ਹੈ, ਜਿਸ ਦਾ ਅਗਲੀ ਪੰਕਤੀ ਵਿੱਚ ਜ਼ਿਕਰ ਆਏਗਾ। ਭਗਤ ਰਵਿਦਾਸ ਜੀ ਜਿਸ ਨੂੰ ਕਿਵੇਂ ਬਿਆਨਦੇ ਨੇ ਕਿ ਉਹ ਪਰਮੇਸ਼ਰ ਕੌਣ ਹੈ। ਕੀ ਉਹ ਕਿਸੇ ਮਾਂ ਦੇ ਗਰਭ ਤੋਂ ਜਨਮ ਲੈਣ ਵਾਲਾ ਕੋਈ ਅਵਤਾਰ ਹੈ? ਧਰਤੀ ਦੇ ਇੱਕ ਖਾਸ ਹਿੱਸੇ ਦੇ ਉੱਤੇ ਪੈਦਾ ਹੋਇਆ ਤੇ ਮੰਨਿਆ ਜਾਣ ਵਾਲਾ ਕੋਈ ਦੇਵਤਾ ਹੈ, ਕੋਈ ਔਲੀਆ ਹੈ, ਕੋਈ ਪੈਗੰਬਰ ਹੈ? ਨਹੀਂ। ਉਹ ਕੌਣ ਹੈ? ਏਕ ਹੀ ਏਕ ਅਨੇਕ ਹੋਏ ਬਿਸਤਰੇ। ਉਹ ਪਰਿਪੂਰਨ ਪਰਮਾਤਮਾ, ਉਹ ਸਰਵ ਵਿਆਪਕ ਅਕਾਲ ਪੁਰਖ ਜੋ ਇੱਕ ਹੈ, ਤੇ ਉਹ ਇੱਕ ਹੀ ਅਨੇਕ ਰੂਪ ਵਿੱਚ ਵਿਸਥਰਿਓ ਵਿਆਪਕ ਹੈ, ਜਿਸ ਨੇ ਆਪਣਾ ਵਿਸਥਾਰ ਕੀਤਾ ਹੋਇਆ। ਜ਼ਰਾ ਕਿ ਇਸ ਪੰਕਤੀ ਨੂੰ ਸਾਹਮਣੇ ਰੱਖੀਏ ਤੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਦਾ ਇਹ ਵਾਕ ਸਾਹਮਣੇ ਰੱਖੀਏ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ, ਕਰ ਆਸਨ ਡਿਠੋ ਚਾਓ। ਕਿੰਨਾ ਗਹਿਰਾ ਫਿਲੋਸਫੀਕਲ ਵਿਚਾਰਧਾਰਕ ਤਾਲਮੇਲ ਹੈ। ਕਿਵੇਂ ਇੱਕੋ ਜਿਹੀ ਗੱਲ ਹੈ, ਜਿਵੇਂ ਸੁਰਤ ਇੱਕੇ ਜਗ੍ਹਾ ਦੇ ਉੱਤੇ ਖੜੀ ਹੈ ਤੇ ਇੱਕੇ ਹੀ ਗੱਲ ਨੂੰ ਸਮਝ ਕੇ ਆਪਣੇ ਆਪਣੇ ਸ਼ਬਦਾਂ ਵਿੱਚ ਸਾਰੇ ਮਹਾਂਪੁਰਖ ਉਸ ਨੂੰ ਬਿਆਨ ਕਰ ਰਹੇ। ਇਸ ਲਈ ਆਪਾਂ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭਾਵੇਂ ਵੱਖ-ਵੱਖ ਸਮੇਂ ਤੇ, ਵੱਖ-ਵੱਖ ਕਲਚਰ ਵਿੱਚ ਪੈਦਾ ਹੋਏ, ਵੱਖ-ਵੱਖ ਮਜ਼ਹਬਾਂ ਵਿੱਚ ਪੈਦਾ ਹੋਏ, ਵੱਖ-ਵੱਖ ਖਿੱਤਿਆਂ ਤੇ ਪੈਦਾ ਹੋਏ, ਵੱਖ-ਵੱਖ ਹਾਲਾਤਾਂ ਵਿੱਚ ਵਿਚਰਨ ਵਾਲੇ ਮਹਾਨ ਸਤਿਪੁਰਖਾਂ ਨੇ ਉਚਾਰਨ ਕੀਤੀ ਹੈ, ਤੇ ਕਈ ਵਾਰ ਬੋਲੀ ਸ਼ੈਲੀ ਦਾ ਵੀ ਫਰਕ ਪੈ ਜਾਂਦਾ ਹੈ। ਪਰ ਸਤਿਗੁਰੂ ਦੀ ਮਹਿਮਾ ਤੇ ਵਡਿਆਈ ਇਹ ਹੈ ਵੀ ਕਿਤੇ ਵੀ ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਾਂ ਵਿੱਚ, ਉਹਨਾਂ ਦੇ ਤਾਲਮੇਲ ਵਿੱਚ ਕਿਤੇ ਫਰਕ ਨਹੀਂ ਪੈਂਦਾ। ਖਿਆਲਾਤ ਸਾਰਿਆਂ ਦੇ ਇੱਕੋ ਜਿਹੇ ਨੇ, ਗਿਆਨ ਸਭਨਾਂ ਦਾ ਇੱਕ ਦੂਜੇ ਨਾਲ ਇੱਕ ਸੁਰ ਹੈ, ਟਕਰਾਅ ਕਿਤੇ ਨਹੀਂ ਹੈ। ਉਹ ਪਰਮੇਸ਼ਰ ਕੌਣ ਹੈ ਜਿਸ ਨੂੰ ਕਵਲਾਪਤ ਕਿਹਾ, ਪਦਮਾਪਤ ਕਿਹਾ, ਜਿਸ ਦੇ ਸਮਾਨ ਹੋਰ ਕੋਈ ਹੈ ਨਹੀਂ।
ਏਕ ਹੀ ਏਕ ਅਨੇਕ ਹੋਏ ਬਿਸਤਰੇ। ਉਸ ਨੂੰ ਬਾਣੀ ਵਿੱਚ ਇੱਕ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਬੜੀ ਪਿਆਰੀ ਉਦਾਹਰਨ ਨਾਲ ਬਿਆਨ ਕੀਤਾ ਹੈ। ਬੀਜ ਬੀਜ ਦੇਖਿਓ ਅਨਕ ਪ੍ਰਕਾਰਾ, ਫਲ ਪਾ ਕੇ ਤੇ ਏਕ ਓੰਕਾਰਾ। ਬੀਜ ਨੂੰ ਜ਼ਮੀਨ ਵਿੱਚ ਬੀਜਿਆ ਗਿਆ, ਉਸ ਤੋਂ ਇੱਕ ਔਂਕਰ ਫੁੱਟਿਆ, ਪੌਦਾ ਬਣਿਆ, ਦਰਖਤ ਬਣਿਆ, ਬੂਟਾ ਵੱਡਾ ਹੋਇਆ, ਉਸ ਨੂੰ ਫੁੱਲ ਲੱਗੇ ਤੇ ਫਲ ਪਿਆ। ਫਲ ਜਦੋਂ ਪੱਕ ਪਿਆ ਤਾਂ ਫਲ ਨੂੰ ਜਦੋਂ ਝਾੜਿਆ ਗਿਆ ਜਾਂ ਕੱਟ ਕੇ ਦੇਖਿਆ ਗਿਆ ਤਾਂ ਉਹੋ ਜਿਹਾ ਹੀ ਬੀਜ ਉਸ ਤੋਂ ਪ੍ਰਾਪਤ ਹੋਇਆ ਜਿਹੋ ਜਿਹੇ ਬੀਜ ਤੋਂ ਦਰਖਤ ਪੈਦਾ ਹੋਇਆ ਸੀ। ਆਰੰਭਤਾ ਜਿਹੋ ਜਿਹੇ ਬੀਜ ਤੋਂ ਹੋਈ, ਉਹੋ ਜਿਹਾ ਬੀਜ ਹੀ ਉਹਦੇ ਤੋਂ ਫਿਰ ਪ੍ਰਾਪਤ ਹੋਇਆ। ਬੀਜ ਬੀਜ ਦੇਖਿਓ ਅਨਕ ਪ੍ਰਕਾਰਾ, ਫਲ ਪਾ ਕੇ ਤੇ ਏਕ ਓੰਕਾਰਾ। ਕੁਦਰਤ ਦੇ ਆਦਿ ਵਿੱਚ ਵੀ ਉਹ ਹੈ, ਮੱਧ ਵਿੱਚ ਵੀ ਉਹ ਹੈ, ਅੰਤ ਵਿੱਚ ਵੀ ਉਹ ਹੈ। ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ। ਸਿਮਰੰਤ ਸੰਤ ਸਰਬੱਤਰ ਰਮਣ। ਸਰਬੱਤਰ ਰਮਣ ਦਾ ਮਤਲਬ ਹੈ ਸਾਰਿਆਂ ਵਿੱਚ ਰਮਿਆ ਹੋਇਆ। ਇਸ ਲਈ ਆਖਦੇ ਨੇ ਏਕ ਹੀ ਏਕ ਅਨੇਕ ਹੋਏ ਬਿਸਤਰਿਓ। ਆਨ ਰਿਆਨ, ਆਨ ਸ਼ਬਦ ਸੰਸਕ੍ਰਿਤ ਦਾ ਐਨ ਤੋਂ, ਐਨ ਤੋਂ ਮਤਲਬ ਹੁੰਦਾ ਘਰ, ਭਾਵ ਹਰ ਹਿਰਦਾ। ਹਿਰਦੇ ਨੂੰ ਬਾਣੀ 'ਚ ਘਰ ਕਿਹਾ ਗਿਆ। ਆਨ ਰਿਆਨ ਭਰਪੂਰ ਸੋ, ਹਰ ਘਰ, ਹਰ ਸਰੀਰ ਦੇ ਵਿੱਚ, ਹਰ ਬਣਾਵਟ ਦੇ ਵਿੱਚ, ਹਰ ਹਿਰਦੇ ਦੇ ਵਿੱਚ ਉਹ ਪਰਮੇਸ਼ਰ ਆਪ ਵਸਿਆ ਹੋਇਆ। ਕੋਈ ਜੀਵ ਉਸ ਤੋਂ ਖਾਲੀ ਨਹੀਂ, ਕੋਈ ਹਿਰਦਾ ਉਸ ਤੋਂ ਖਾਲੀ ਨਹੀਂ, ਕੋਈ ਬਣਾਵਟ ਉਸ ਤੋਂ ਖਾਲੀ ਨਹੀਂ, ਕੋਈ ਜਗ੍ਹਾ ਉਸ ਤੋਂ ਖਾਲੀ ਨਹੀਂ। ਇਸ ਲਈ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਇੱਕ ਸ਼ਬਦ ਵਰਤਦੇ ਨੇ, ਨਿਰੰਤਰ ਤੈਸੇ ਹੀ ਹਰ ਬਸੈ ਨਿਰੰਤਰ। ਨਿਰੰਤਰ ਸ਼ਬਦ ਦਾ ਮਤਲਬ ਹੁੰਦਾ ਨਿਰਅੰਤਰ, ਅੰਤਰ ਤੋਂ ਰਹਿਤ। ਅੰਤਰ ਆਪਾਂ ਕਿਹਨੂੰ ਕਹਿੰਦੇ ਹਾਂ? ਜਿਵੇਂ ਆਪਾਂ ਦੋ ਬੰਦੇ ਇਕੱਠੇ ਖੜੇ ਹੋਣ ਤੇ ਆਪਾਂ ਕਹੇ ਵੀ ਥੋੜਾ ਅੰਤਰ ਕਰ ਲਓ, ਆਪਸ 'ਚ ਫਰਕ ਪਾ ਲਓ, ਮਤਲਬ ਵੀ ਥੋੜੇ ਦੂਰ ਦੂਰ ਹੋ ਜਾਓ। ਵਿੱਥ, ਫਰਕ ਪੈਣਾ, ਗੈਪ ਪੈਣਾ, ਡਿਸਟੈਂਸ ਹੋਣਾ। ਪਰਮੇਸ਼ਰ ਦੇ ਹੋਣ ਵਿੱਚ ਕਿਤੇ ਵੀ ਗੈਪ ਨਹੀਂ ਵੀ ਆਹ ਜਗ੍ਹਾ ਖਾਲੀ ਛੱਡੀ ਹੈ, ਉਹ ਇੰਨੀ ਜਗ੍ਹਾ ਤੇ ਉਹ ਹੈ ਨਹੀਂ ਤੇ ਇੰਨੀ ਜਗ੍ਹਾ ਤੇ ਉਹ ਹੈ, ਇਹ ਗੈਪ ਨਹੀਂ। ਨਿਰੰਤਰ ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਉਹ ਦੁਨੀਆ ਦੀਆਂ ਮੁਕੱਦਸ ਥਾਵਾਂ ਤੇ ਵੀ ਹੈ ਤੇ ਜਿੱਥੇ ਜਿਨ੍ਹਾਂ ਨੂੰ ਮੁਕੱਦਸ ਨਹੀਂ ਮੰਨਿਆ ਜਾਂਦਾ ਉੱਥੇ ਵੀ ਹੈ। ਕਮਾਲ ਇਹ ਹੈ। ਇਸ ਲਈ ਮਨੁੱਖ ਦੀ ਸੁਰਤ ਵਿੱਚ ਜਿਹੜਾ ਇਹ ਖਿਆਲ ਹੈ ਕਿ ਉਹ ਮੇਰੇ ਚਾਹੇ ਦੂਜੇ 'ਚ ਨਹੀਂ ਹੈ, ਜਾਂ ਆਹ ਰੱਬ ਨੂੰ ਮੰਨਣ ਵਾਲੇ ਨਾ ਚਾਹੇ ਦੂਜੇ 'ਚ ਹੈ, ਉਹ ਸਭਨਾਂ 'ਚ ਕੋਈ ਉਸ ਨੂੰ ਮਾਣਦਾ ਤੇ ਕੋਈ ਨਹੀਂ ਮਾਣਦਾ। ਤੋ ਇੱਥੇ ਹਜ਼ੂਰ ਫਰਮਾਉਂਦੇ ਨੇ ਆਨ ਰਿਆਨ ਭਰਪੂਰ ਸੋ। ਹੁਣ ਕੁਝ ਉਦਾਹਰਨਾਂ ਦਿੰਦੇ ਨੇ ਵੀ ਉਸ ਨੂੰ ਸਰਵ ਵਿਆਪੀ ਜਾਣਿਆ ਜਿਸ ਨੇ, ਉਹ ਨਾ ਤਾਂ ਪੰਡਿਆਂ ਪੁਜਾਰੀਆਂ ਦੀਆਂ ਕਥਾ ਕਹਾਣੀਆਂ ਦਾ ਗੁਲਾਮ ਹੋਇਆ, ਨਾ ਉਹਨੂੰ ਰੱਬ ਨੂੰ ਪਾਉਣ ਜਾਂ ਜਪਣ ਜਾਂ ਰੱਬ ਦੇ ਰਾਹ ਤੇ ਚੱਲਣ ਲਈ ਕਿਸੇ ਪਰਮਿਸ਼ਨ ਦੀ ਲੋੜ ਪਈ ਹੈ। ਇਹ ਠੀਕ ਹੈ। ਇੱਕ ਉਦਾਹਰਣ ਦੇਣਾ ਵੀ ਅਸੀਂ ਸਤਿਗੁਰੂ ਦੀ ਬਾਣੀ ਨੂੰ ਪੜ੍ਹਦੇ ਹਾਂ, ਬਾਣੀ ਨੂੰ ਗਾਉਂਦੇ ਹਾਂ। ਇਹਦੇ ਲਈ ਸਾਡੀ ਇੱਕ ਜੌਬ ਹੈ, ਇੱਕ ਡਿਊਟੀ ਹੈ, ਇੱਕ ਫਰਜ਼ ਹੈ। ਪਰ ਹੁਣ ਜੇ ਮੇਰੇ ਵਰਗਾ ਕੋਈ ਦਾਅਵਾ ਕਰੇ ਵੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਹਾਂ ਤੇ ਰੱਬ ਨੂੰ ਪਾ ਉਹ ਹੋ ਸਕਦਾ ਜਿਹੜਾ ਮੈਨੂੰ ਪੁੱਛੇ। ਜਿਹੜਾ ਮੈਨੂੰ ਪੁੱਛੇ ਉਹੀ ਰੱਬ ਤੱਕ, ਰੱਬ ਬਾਰੇ ਮੈਂ ਹੀ ਦੱਸ ਸਕਦਾ ਤੇ ਮੈਂ ਹੀ ਰੱਬ ਨੂੰ ਮਿਲਾ। ਮੇਰੇ ਤੋਂ ਬਿਨਾਂ ਤੁਸੀਂ ਨਾ ਧਰਮ ਨੂੰ ਮਾਣ ਸਕਦੇ ਹੋ, ਨਾ ਜੀ ਸਕਦੇ ਹੋ, ਨਾ ਧਰਮ ਦੇ ਰਾਹ ਤੇ ਤੁਰ ਸਕਦੇ ਹੋ, ਤੇ ਨਾ ਹੀ ਤੁਹਾਡਾ ਰੱਬ ਜਾਂ ਗੁਰੂ ਨਾਲ ਸੰਬੰਧ ਜੋੜ ਸਕਦਾ। ਜਦੋਂ ਇਹ ਚੀਜ਼ ਆ ਜਾਂਦੀ ਹੈ ਨਾ, ਉਦੋਂ ਪੁਜਾਰੀ ਸਾਡੇ ਤੇ ਗੁਰੂ ਦੇ, ਸਾਡੇ ਤੇ ਪਰਮੇਸ਼ਰ ਦੇ ਦਰਮਿਆਨ ਖਲੋ ਜਾਂਦਾ। ਹਾਂ, ਕਿਸੇ ਦੀ ਡਿਊਟੀ ਹੈ ਉਹ ਬਾਣੀ ਦਾ ਪਾਠ ਕਰਦਾ ਹੈ, ਕਿਸੇ ਦੀ ਡਿਊਟੀ ਉਹ ਸੇਵਾ ਸੰਭਾਲ ਕਰਦਾ ਹੈ, ਕਿਸੇ ਦੀ ਡਿਊਟੀ ਉਹ ਕੀਰਤਨ ਕਰਦਾ ਹੈ, ਕਿਸੇ ਦੀ ਡਿਊਟੀ ਉਹ ਕਥਾ ਕਰਦਾ ਹੈ। ਇਹ ਸਾਰੇ ਤਰੀਕੇ ਨੇ ਸਾਡੇ ਸਤ ਸੰਗਤ ਦੇ, ਪਰ ਦਾਅਵਾ ਕੋਈ ਨਹੀਂ ਕਰ ਸਕਦਾ। ਬਸ ਜਦੋਂ ਪੁਜਾਰੀ ਨੇ ਦਾਅਵਾ ਕੀਤਾ ਜੇ ਰੱਬ ਦੀ ਭਗਤੀ ਕਰਨੀ ਮੈਨੂੰ ਪੁੱਛੋ, ਮੇਰੇ ਰਾਹੀਂ ਤੁਸੀਂ ਕਰ ਸਕਦੇ ਹੋ, ਮੈਂ ਜਿਹਨੂੰ ਹੱਕ ਦਿਆਂਗਾ ਉਹ ਆਹ ਕੰਮ ਕਰੇਗਾ, ਜਿਹਨੂੰ ਮੈਂ ਨਹੀਂ ਹੱਕ ਦਿਆਂਗਾ ਉਹ ਨਹੀਂ ਕਰੇਗਾ। ਪਰ ਜਿਨ੍ਹਾਂ ਨੇ ਉਸ ਨੂੰ ਸਰਵ ਵਿਆਪੀ ਜਾਣ ਲਿਆ, ਹਿਰਦੈ ਰਾਮ ਵਸਾਏ ਹੋ, ਘਰ ਬੈਠੇ
ਗੁਰੂ ਤੇ ਆਇਓ। ਉਹ ਆਪਣੇ ਹਿਰਦੇ 'ਚੋਂ ਵੀ ਪਰਮੇਸ਼ਰ ਨੂੰ ਪਾ ਲੈਂਦੇ, ਜਾਣ ਲੈਂਦੇ। ਤਾਂ ਹੀ ਇੱਕ ਸ਼ਬਦ ਵਰਤਿਆ ਸੀ ਭਗਤ ਜੀ ਨੇ ਪਹਿਲੇ ਸ਼ਬਦਾਂ ਵਿੱਚ, ਕਹਿੰਦੇ ਨੇ ਆਪਨ ਬਾਪੈ ਨਾਹੀਂ ਕਿਸੇ ਕੋ ਭਾਵਨ ਕੋ ਹਰਾ। ਉਹ ਕਿਸੇ ਬਾਪ ਦੀ ਜਗੀਰ ਥੋੜ੍ਹਾ ਹੈ, ਉਹ ਤਾਂ ਭਾਵਨਾ ਤੇ ਹੈ। ਤੁਹਾਡੀ ਫੀਲਿੰਗ, ਤੁਹਾਡੇ ਖਿਆਲ, ਤੁਹਾਡੀ ਭਾਵਨਾ ਸ਼ੁੱਧ ਹੈ, ਚੰਗੀ ਹੈ, ਤਾਂ ਤੁਹਾਡੇ ਅੰਦਰ ਹੀ ਪਰਮੇਸ਼ਰ। ਤੁਸੀਂ ਉਸ ਨੂੰ ਜਾਣ ਲਿਆ, ਹਿਰਦੇ ਦਾ ਸ਼ੀਸ਼ਾ ਜਿਨ ਸਾਫ਼ ਕਰ ਲਿਆ। ਨਾਨਕ ਘਰ ਹੀ ਬੈਠਿਆਂ ਸ਼ੋ ਮਿਲਿਆ ਜੇ ਨੀਅਤ ਰਾਸ ਕਰੇ। ਇਸ ਲਈ ਸਾਹਿਬ ਨੇ ਇੱਥੇ ਫਰਮਾਇਆ, ਕੁਝ ਉਦਾਹਰਨਾਂ ਦਿੱਤੀਆਂ। ਜਾ ਕੇ ਭਾਗਵਤ ਲੇਖੀ ਹੈ ਅਵਰ ਨਹੀਂ ਪੇਖੀ ਹੈ। ਇਹ ਉਦਾਹਰਨ ਹੈ ਭਗਤ ਨਾਮਦੇਵ ਸਾਹਿਬ ਦੇ ਮੁਤਲਕ ਸੰਬੰਧ ਵਿੱਚ। ਆਖਦੇ ਨੇ ਜਾ ਕੇ ਭਾਗਵਤ ਪਰਮੇਸ਼ਰ ਦੀ ਸਿਫਤੋ ਸਲਾਹ, ਪਰਮੇਸ਼ਰ ਦੀ ਵਡਿਆਈ। ਜਾ ਕੇ ਜਿਸ ਦੇ ਘਰ ਵਿੱਚ, ਜਿਸ ਦੇ ਜੀਵਨ ਵਿੱਚ ਭਾਗਵਤ ਲਿਖੀ ਹੈ, ਪਰਮੇਸ਼ਰ ਨੂੰ ਲਿਖਿਆ ਜਾਂਦਾ, ਪਰਮੇਸ਼ਰ ਨੂੰ ਜਾਣਿਆ ਜਾਂਦਾ, ਪਰਮੇਸ਼ਰ ਦਾ ਵਰਣਨ ਹੈ। ਜਿਸ ਦੇ ਘਰ ਤੇ ਜਿਸ ਦੇ ਜੀਵਨ ਵਿੱਚ ਪਰਮੇਸ਼ਰ ਦੀ ਹੀ ਵਡਿਆਈ ਹੈ, ਕੇਵਲ ਇੱਕ ਸਰਵ ਵਿਆਪੀ। ਕਿਹੜੇ ਭਾਗਵਤ ਦੀ? ਏਕ ਹੀ ਏਕ ਅਨੇਕ ਹੋਏ ਬਿਸਤਰਿਓ, ਆਨ ਰਿਆਨ ਭਰਪੂਰ ਸੋ। ਉਹ ਜਾ ਕੇ ਭਾਗਵਤ ਲੇਖੀ ਅਵਰ ਨਹੀਂ ਪੇਖੀ, ਜਿਸ ਨੇ ਇੱਕ ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਨੂੰ ਜਾਣਿਆ ਹੀ ਨਹੀਂ, ਕਿਸੇ ਤੇ ਇਕਤਾਦ ਹੀ ਨਹੀਂ ਰੱਖਿਆ। ਤਾਸ ਕੀ ਜਾਤ ਆਸ਼ੋਪ ਛੀਪਾ। ਭਾਵੇਂ ਉਸ ਦੀ ਜਾਤ ਬਿਰਾਦਰੀ ਉੱਚੇ ਲੋਕਾਂ ਵੱਲੋਂ ਇਹ ਕਹਿ ਕੇ ਭੰਡੀ ਗਈ ਸੀ, ਦੁਰਕਾਰੀ ਗਈ ਸੀ, ਜਾਂ ਉਸ ਨੂੰ ਨੀਵਾਂ ਕਹਿ ਦਿੱਤਾ ਗਿਆ ਸੀ ਵੀ ਇਹ ਛੀਂਬਾ ਬਰਾਦਰੀ ਹੈ ਤੇ ਅਸ਼ੋਪ, ਯਾਨੀ ਕਿ ਇਹਨੂੰ ਛੂਹਣਾ ਨਹੀਂ, ਅਛੂਤ ਹੈ, ਵੀ ਅਸੀਂ ਉੱਚੇ ਹਾਂ ਤੇ ਇਹਨਾਂ ਨੂੰ ਛੂਹਣ ਨਾਲ ਅਸੀਂ ਭਿੱਟੇ ਜਾਂਦੇ ਹਾਂ। ਉਹਨਾਂ ਵੱਲੋਂ ਡਿਕਲੇਅਰ ਕਰ ਦਿੱਤਾ, ਇਹ ਮੰਨ ਲਿਆ ਗਿਆ। ਪਰ ਆਖਦੇ ਨੇ ਵੀ ਉਸ ਭਗਤ ਨਾਮਦੇਵ ਸਾਹਿਬ ਨੂੰ ਭਾਵੇਂ ਦੁਨੀਆ ਕੁਝ ਵੀ ਕਹਿੰਦੀ ਰਹੇ, ਪਰ ਉਹਨਾਂ ਦੇ ਹਿਰਦੇ ਵਿੱਚ ਇੱਕ ਪਰਮੇਸ਼ਰ ਤੋਂ ਬਿਨਾਂ, ਇੱਕ ਸਰਵ ਵਿਆਪੀ ਅਕਾਲ ਪੁਰਖ ਤੋਂ ਬਿਨਾਂ ਕਿਸੇ ਦੂਜੇ ਦੀ ਇਬਾਦਤ ਨਹੀਂ ਸੀ। ਇੰਨੀ ਦ੍ਰਿੜਤਾ ਉਹਨਾਂ ਦੇ ਜੀਵਨ 'ਚ, ਇੰਨੀ ਪਕਿਆਈ ਜੀਵਨ ਦੀ, ਇੰਨਾ ਸਮਰਪਿਤ ਪਰਮੇਸ਼ਰ ਨੂੰ ਉਹਨਾਂ ਦਾ ਜੀਵਨ। ਇਸ ਲਈ ਸ੍ਰੀ ਹਜ਼ੂਰ ਨੇ ਕਿਹਾ ਨਾ ਬਾਣੀ ਦੇ ਵਿੱਚ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਏ। ਫਿਰ ਕੁਝ ਉਦਾਹਰਨਾਂ ਦਿੰਦੇ ਨੇ, ਕਿਉਂਕਿ ਜਿਨ੍ਹਾਂ ਲੋਕਾਂ ਨਾਲ ਚਰਚਾ ਹੁੰਦੀ ਹੈ, ਉਦਾਹਰਨਾਂ ਵੀ ਉਹਨਾਂ ਲੋਕਾਂ ਦੀਆਂ ਹੀ ਦਿੱਤੀਆਂ ਜਾਂਦੀਆਂ ਨੇ। ਉਹਨਾਂ ਨੂੰ ਵੀ ਆਪਣਾ ਆਹ ਗ੍ਰੰਥ ਵੇਖੋ, ਉਹਦੇ 'ਚ ਆਹ ਨਹੀਂ ਲਿਖਿਆ, ਆਹ ਗ੍ਰੰਥ ਵੇਖੋ, ਆਹ ਨਹੀਂ ਲਿਖਿਆ। ਤਾਂ ਉਹਨਾਂ ਦੀ ਉਦਾਹਰਣ ਦਿੰਦੇ ਨੇ। ਭਗਤ ਰਵਿਦਾਸ ਜੀ, ਬਿਆਸ ਮੈਂ ਲਿਖੀ ਹੈ, ਵੇਦ ਵਿਆਸ ਦੇ ਲਿਖੇ ਹੋਏ ਨੂੰ ਤੁਸੀਂ ਪੜ੍ਹੋ, ਉਹਨੇ ਆਹ ਚੀਜ਼ ਨਹੀਂ ਲਿਖੀ, ਤੁਸੀਂ ਉਹਨੂੰ ਛੱਡ ਦਿੱਤਾ ਹੈ। ਬਾਕੀ ਚੀਜ਼ ਤੁਸੀਂ ਪੜ੍ਹ ਲਈ, ਆਹ ਚੀਜ਼ ਦਾ ਖਿਆਲ ਤਿਆਗ ਦਿੱਤਾ, ਆਹ ਵੀ ਲਿਖਿਆ। ਹੁਣ ਉਹੀ ਕਹਿ ਸਕਦਾ ਜਿਹਨੇ ਵਿਆਸ ਦੀ, ਰਿਸ਼ੀ ਵੇਦ ਵਿਆਸ ਦੀ ਰਚਨਾ ਨੂੰ ਪੜ੍ਹਿਆ ਹੋ, ਉਹਦੇ ਭਾਸ਼ ਪੜ੍ਹੇ ਹੋਣ, ਉਹਦੀ ਲੇਖਣੀ ਤੋਂ ਜਾਣੂ ਹੋਵੇ। ਸਨਕ ਮੈਂ ਪੇਖੀ ਹੈ, ਸਨਕ ਦੇ ਲਿਖੇ ਹੋਏ ਨੂੰ ਵੇਖੋ, ਸਨਕ ਦੇ ਆਖੇ ਹੋਏ ਨੂੰ ਵੇਖੋ, ਉਹਨੇ ਆਹ ਕੀ ਲਿਖਿਆ, ਉਹਨੇ ਆਹ ਕੀ ਕਿਹਾ। ਤੁਹਾਡੇ ਗ੍ਰੰਥ ਹੀ ਇਸ ਗੱਲ ਦੀ ਗਵਾਹੀ ਭਰਦੇ ਨੇ ਵੀ ਇਸ ਗ੍ਰੰਥ ਵਿੱਚ ਆਹ ਲਿਖਿਆ, ਤੁਸੀਂ ਉਹ ਕਿਉਂ ਛੱਡ ਦਿੱਤਾ? ਨਾਮ ਕੀ ਨਾਮ ਨਾ ਸਪਤਦੀਪਾ। ਭਗਤ ਰਵਿਦਾਸ ਜੀ ਆਖਦੇ ਨੇ, ਮੈਂ ਤੁਹਾਨੂੰ ਇਹ ਦੱਸਦਾ ਹਾਂ ਵੀ ਨਾਮ ਦੀ ਮਹਿਮਾ ਹੀ ਸੱਤਾਂ ਦੀ ਪੰਜ, ਭਾਵ ਸਾਰੀ ਖਲਕਤ ਵਿੱਚ ਨਾਮ ਦਾ ਹੀ ਡੰਕਾ ਵੱਜਦਾ। ਨਾਮ ਤੋਂ ਬਿਨਾਂ ਕੋਈ ਦੂਜੀ ਤਾਕਤ ਨਹੀਂ। ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹਾਸ ਇਹੋ ਆਧਾਰ। ਫਿਰ ਅੱਗੇ ਬਿਆਨ ਕਰਦੇ ਨੇ, ਜਾ ਕੇ ਈਦ ਬਕਰੀਦ ਕੁਲ ਗਊਰੇ ਵੱਧ ਕਰੇ, ਮਾਨੀਐ ਸ਼ੇਖ ਸ਼ਹੀਦ ਪੀਰਾ। ਜਦੋਂ ਲੋਧੀਆਂ ਦਾ, ਮੁਗਲਾਂ ਦਾ, ਪਹਿਲੋਂ ਪਠਾਣਾਂ ਦਾ ਇਸ ਤਰ੍ਹਾਂ ਰਾਜ ਬਦਲੇ, ਤਾਂ ਜਿਹੜੇ ਜ਼ਿਆਦਾ ਗਰੀਬ ਲੋਕ ਸਨ, ਜਿਨ੍ਹਾਂ ਨੂੰ ਜਾਤ ਪਾਤ ਕਰਕੇ ਦੁਰਕਾਰਿਆ ਬਹੁਤ ਗਿਆ, ਉਹਨਾਂ ਨੂੰ ਜਦੋਂ ਸੁਲ੍ਹਾ ਕੁੱਲ ਦਾ ਪ੍ਰਚਾਰ ਚੰਗਾ ਲੱਗਿਆ, ਫਕੀਰਾਂ ਦਾ, ਮੁਸਲਮਾਨ ਦਰਵੇਸ਼ਾਂ ਦਾ, ਤਾਂ ਉਹਨਾਂ ਝੱਟ ਇਸਲਾਮ ਕਬੂਲ ਕਰ ਲਿਆ। ਉਹ ਇਸਲਾਮ ਦੇ ਦਾਇਰੇ ਚਲੇ ਗਏ। ਜਿਨ੍ਹਾਂ ਨੂੰ ਨਸਲਾਂ ਤੋਂ, ਪੀੜ੍ਹੀਆਂ ਤੋਂ ਸਤਿਕਾਰ ਨਹੀਂ ਸੀ ਮਿਲਿਆ, ਬਰਾਬਰਤਾ ਨਹੀਂ ਸੀ ਮਿਲੀ, ਤਾਂ ਕੁਝ ਜਿਹੜੇ ਸਨ, ਭਗਤ ਕਬੀਰ ਸਾਹਿਬ ਦੀ ਬਰਾਦਰੀ ਦੇ ਲੋਕ ਵੀ ਪੁਰਾਣੇ ਜਿਹੜੇ ਸਨ, ਉਹ ਕੁਝ ਮੁਸਲਮਾਨ ਹੋ ਗਏ ਸਨ ਸਮੇਂ ਦੇ ਪ੍ਰਭਾਵ ਥੱਲੇ ਆ ਕੇ। ਉਹਨਾਂ ਨੇ ਮਜ਼ਹਬ ਤਬਦੀਲ ਕਰ ਲਿਆ। ਤਾਂ ਮਜ਼ਹਬ ਤਬਦੀਲ ਕਰਕੇ ਫਿਰ ਜਿਹੜੇ ਮਜ਼ਹਬ 'ਚ ਚਲੇ ਗਏ, ਰਸਮਾਂ ਰੀਤਾਂ ਵੀ ਉਹਨਾਂ ਦੀਆਂ ਹੀ ਕਰਨ ਲੱਗੇ। ਸੁਭਾਵਿਕ ਗੱਲ ਹੈ। ਉਹਨਾਂ ਦੀ ਉਦਾਹਰਣ ਦਿੱਤੀ ਹੈ। ਆਖਿਆ ਜਾ ਕੇ ਈਦ ਬਕਰੀਦ ਕੁਲ ਗਊਰੇ ਵੱਧ ਕਰੇ।
ਜਿਨ੍ਹਾਂ ਦੇ ਆਲੇ ਦੁਆਲੇ, ਜਿਨ੍ਹਾਂ ਦੀ ਬਰਾਦਰੀ ਦੇ ਕੁਝ ਲੋਕ ਮੁਸਲਮਾਨ ਬਣ ਗਏ ਸਨ, ਤੇ ਉਹ ਈਦ ਵਾਲੇ ਦਿਨ ਨੂੰ ਪਸ਼ੂਆਂ ਆਦਿਕ ਦੀ ਕੁਰਬਾਨੀ ਦਿੰਦੇ ਸਨ ਅੱਲਾਹ ਤਾਲਾ ਨੂੰ ਖੁਸ਼ ਕਰਨ ਵਾਸਤੇ। ਇਹ ਮੁਸਲਮਾਨੀ ਰਵਾਇਤ ਹੈ, ਕੁਰਬਾਨੀ ਦੇਣੀ। ਊਠਾਂ ਦੀ ਕੁਰਬਾਨੀ, ਦੁੰਬਿਆਂ ਦੀ ਕੁਰਬਾਨੀ, ਬੱਕਰਿਆਂ ਦੀ ਕੁਰਬਾਨੀ, ਬੈਲਾਂ ਦੀ ਕੁਰਬਾਨੀ, ਗਾਵਾਂ ਦੀ ਕੁਰਬਾਨੀ, ਇਸ ਤਰ੍ਹਾਂ ਕਰਕੇ ਬਹੁਤ ਸਾਰੇ ਪਸ਼ੂਆਂ ਦੀ, ਵੀ ਆਹ ਹਲਾਲ ਹੈ ਤੇ ਆਹ ਹਰਾਮ, ਇਹਨਾਂ ਦੀ ਕੁਰਬਾਨੀ ਦੇਣਾ ਹਲਾਲ ਹੈ, ਇਹਨਾਂ ਦੀ ਕੁਰਬਾਨੀ ਦੇਣਾ ਹਰਾਮ। ਕੁਰਬਾਨੀ ਕਿਉਂ ਦੇਣੀ ਹੈ? ਕੁਰਬਾਨੀ ਦੇਣੀ ਉਸ ਅੱਲਾਹ ਤਾਲਾ ਦੀ ਖੁਸ਼ੀ ਲਈ, ਅੱਲਾਹ ਨੂੰ ਖੁਸ਼ ਕਰਨ ਲਈ। ਗੁਰਮਤ ਵਿੱਚ ਐਸਾ ਕੋਈ ਕਨਸੈਪਟ ਨਹੀਂ ਹੈ, ਪਰ ਇਹ ਉਹਨਾਂ ਦੀ ਉਦਾਹਰਣ ਦਿੱਤੀ ਜਾ ਰਹੀ। ਜਾ ਕੇ ਈਦ ਬਕਰੀਦ ਕੁਲ ਗਊਰੇ ਵੱਧ ਕਰੇ, ਜਿਨ੍ਹਾਂ ਦੀ ਕੁੱਲ ਖਾਨਦਾਨ ਦੇ ਲੋਕ, ਜਿਨ੍ਹਾਂ ਦੀ ਬਰਾਦਰੀ ਦੇ ਲੋਕ, ਜਿਨ੍ਹਾਂ ਦੇ ਭਾਈਚਾਰੇ ਦੇ ਲੋਕ ਈਦ ਨੂੰ, ਈਦ ਵਾਲੇ ਦਿਨ ਨੂੰ ਬੱਕਰੇ ਆਦਿਕ, ਗਊ ਆਦਿਕ ਨੂੰ ਵੱਧ ਕਰਦੇ ਨੇ, ਕਤਲ ਕਰਦੇ ਨੇ, ਕੁਰਬਾਨੀਆਂ ਦਿੰਦੇ ਨੇ। ਮਾਨੀਆਂ ਸ਼ੇਖ ਸ਼ਹੀਦ ਪੀਰਾ, ਤੇ ਜਿਨ੍ਹਾਂ ਦੇ ਆਲੇ ਦੁਆਲੇ ਦੇ ਲੋਕ ਸ਼ੇਖਾਂ ਨੂੰ, ਸ਼ਹੀਦਾਂ ਤੇ ਪੀਰਾਂ ਨੂੰ ਮੰਨਣ ਲੱਗ ਪਏ ਨੇ ਸਮੇਂ ਦੀ ਗਰਦਸ਼ ਨਾਲ, ਮੁਸਲਮਾਨੀ ਲੋਕਾਂ ਦੇ ਪ੍ਰਭਾਵ ਕਾਰਨ। ਜਾ ਕੇ ਬਾਪ ਵੈਸੀ ਕਰੀ, ਜਿਨ੍ਹਾਂ ਦੇ ਪਿਓ ਦਾਦਿਆਂ ਨੇ, ਯਾਨੀ ਕਿ ਵੱਡਿਆਂ ਨੇ ਤੇ ਆਲੇ ਦੁਆਲੇ ਦੇ ਹੋਰ ਲੋਕਾਂ ਨੇ ਇਸ ਤਰ੍ਹਾਂ ਕੀਤਾ। ਆ ਜਿਹੜਾ ਉੱਤੇ ਦੱਸਿਆ, ਪੂਤ ਐਸੀ ਸਰੀ, ਪਰ ਉਹਨਾਂ ਦੇ ਹੀ ਖਾਨਦਾਨ, ਉਹਨਾਂ ਦੀ ਕੁੱਲ, ਉਹਨਾਂ ਦੀ ਬਰਾਦਰੀ, ਉਹਨਾਂ ਦੇ ਭਾਈਚਾਰੇ ਨਾਲ ਹੀ ਸੰਬੰਧ ਰੱਖਣ ਵਾਲੇ ਕਬੀਰ ਸਾਹਿਬ ਜੀ ਨੇ ਆ ਕਰ ਵਿਖਾਇਆ। ਕੀ ਕਰ ਵਿਖਾਇਆ? ਤਿਹੂ ਰੇ ਰੋਗ ਪ੍ਰਸਿੱਧ ਕਬੀਰਾ। ਉਹਨਾਂ ਨੇ ਬਜਾਏ ਕਿ ਮਜ਼ਹਬੀ ਰੀਤਾਂ ਬਦਲ ਗਏ, ਵੀ ਇੱਧਰ ਕੁਰਬਾਨੀਆਂ ਮੰਦਰਾਂ 'ਚ ਦਿੱਤੀਆਂ ਜਾਂਦੀਆਂ ਨੇ ਤੇ ਇੱਧਰ ਵੀ ਜਾ ਕੇ ਕੁਰਬਾਨੀ, ਬਦਲਿਆ ਕੀ? ਮਜ਼ਹਬ ਬਦਲਿਆ। ਅੰਦਰ ਖਾਤੇ ਉਹੀ ਕੁਝ ਚੱਲੀ ਜਾਂਦਾ। ਇੱਧਰ ਪੁਜਾਰੀ ਨੂੰ ਪੁੱਛਣਾ ਸੀ, ਇੱਧਰ ਕਾਜ਼ੀ ਨੂੰ ਪੁੱਛਣਾ ਹੈ। ਦੋਵੇਂ ਪਾਸੇ ਪੁਜਾਰੀ, ਦੋਵਾਂ ਨੂੰ ਪੁੱਛੇ ਬਿਨਾਂ ਤੁਸੀਂ ਨਾ ਮਜ਼ਹਬ ਨੂੰ ਅਪਣਾ ਸਕਦੇ ਹੋ, ਨਾ ਧਰਮ ਨੂੰ ਅਪਣਾ ਸਕਦੇ ਹੋ, ਤੇ ਉਹਨਾਂ ਦੀ ਵਲਗਣ ਵਿੱਚ ਤੁਹਾਨੂੰ ਰਹਿਣਾ ਪੈਣਾ। ਪਰ ਰੀਤਾਂ ਬਦਲ ਗਈਆਂ, ਰਸਮਾਂ ਬਦਲ ਗਈਆਂ, ਮਜ਼ਹਬ ਦਾ ਲੇਬਲ ਬਦਲ ਗਿਆ। ਪਰ ਬਾਬਾ ਰਵਿਦਾਸ ਸਾਹਿਬ ਆਖਦੇ ਨੇ, ਕਬੀਰ ਜੀ ਨੇ ਆਰਜੀ ਚੀਜ਼ਾਂ, ਵਕਤੀ ਚੀਜ਼ਾਂ ਨਹੀਂ ਬਦਲੀਆਂ, ਵਿਖਾਵੇ ਨਹੀਂ ਬਦਲੇ, ਪਹਿਰਾਵੇ ਨਹੀਂ ਬਦਲੇ। ਕਬੀਰ ਜੀ ਨੇ ਉਹ ਕੀਤਾ ਜੋ ਸੰਸਾਰ ਵਿੱਚ ਵਿਰਲੇ ਲੋਕ ਕਰਦੇ। ਉਹਨਾਂ ਨੇ ਨਾਮਦੇਵ ਸਾਹਿਬ ਵਾਂਗੂ ਇੱਕ ਪਰਮੇਸ਼ਰ ਨੂੰ ਏਕ ਹੀ ਏਕ ਅਨੇਕ ਹੋਏ ਬਿਸਰਿਵਾਨ ਰਿਆਨ ਭਰਪੂਰ ਸੋਊ ਸਮਝਿਆ। ਫਿਰ ਹੁਣ ਆਪਣੀ ਉਦਾਹਰਣ ਦਿੰਦੇ ਨੇ ਭਗਤ ਰਵਿਦਾਸ ਜੀ। ਜਾ ਕੇ ਕੁਟੰਬ ਕੇ ਢੇਡ ਸਭ ਢੋਰ ਢੋਵੰਤ ਫਿਰੈ। ਕੁਟੰਬ ਪਰਿਵਾਰ ਨੂੰ ਕਹਿੰਦੇ, ਢੇਡ ਨੀਵੇਂ ਨੂੰ ਕਹਿੰਦੇ। ਸਾਨੂੰ ਨੀਵੇਂ ਸਮਝਿਆ ਜਾਂਦਾ ਹੈ। ਭਗਤ ਰਵਿਦਾਸ ਜੀ ਕਹਿੰਦੇ ਵੀ ਮੇਰੇ ਪਰਿਵਾਰ ਦੇ, ਮੇਰੇ ਆਲੇ ਦੁਆਲੇ ਬਰਾਦਰੀ ਦੇ, ਮੇਰੇ ਭਾਈਚਾਰੇ ਦੇ ਲੋਕ, ਮੇਰੇ ਵਰਗੀ ਕਿਰਤ ਕਰਨ ਵਾਲੇ, ਜਿਨ੍ਹਾਂ ਨੂੰ ਨੀਚ ਆਖਦੇ ਨੇ, ਉੱਚੇ ਲੋਕ, ਉਹਨਾਂ ਨੂੰ ਵੇਖ ਲਓ। ਉਹ ਢੋਰ ਢੋਵੰਤ ਫਿਰੈ, ਮਰੇ ਪਸ਼ੂ ਢੋਂਦੇ ਫਿਰਦੇ ਹਨ, ਆਪਣੀ ਕਿਰਤ ਕਰਦੇ ਨੇ। ਨਿਤ ਹੈ ਅਜੋਂ ਬਨਾਰਸੀ ਆਸ, ਅਜੇ ਵੀ ਕਹਿੰਦੇ ਬਨਾਰਸ ਦੇ ਆਲੇ ਦੁਆਲੇ ਤੁਸੀਂ ਵੇਖ ਸਕਦੇ ਹੋ, ਮੇਰੀ ਕੁੱਲ ਦੇ, ਮੇਰੇ ਭਾਈਚਾਰੇ ਦੇ ਲੋਕ, ਮੇਰੇ ਪਰਿਵਾਰ ਦੇ ਲੋਕ ਇਹ ਕੰਮਕਾਰ, ਇਹ ਕਿਰਤ ਅਜੇ ਵੀ ਕਰਦੇ। ਤੇ ਕਿਰਤ ਮੈਂ ਵੀ ਇਹੀ ਕਰਦਾ। ਪਰ ਇੱਕ ਫਰਕ ਹੈ, ਆਚਾਰ ਸਹਿਤ ਵਿਪਰ ਕਰੈ ਡੰਡੌਤ। ਆਚਾਰ ਕਹਿੰਦੇ ਨੇ ਕਰਮਕਾਂਡ, ਜੋ ਕਰਮਕਾਂਡੀ ਵਿਹਾਰ ਹੈ, ਜੋ ਪੁਜਾਰੀ ਕਰਦੇ ਨੇ, ਜੋ ਸ਼ਾਸਤਰਾਂ ਦੇ ਵਿਧੀ ਵਿਧਾਨ ਮੰਨਣ ਵਾਲੇ ਨੇ, ਉਹਨਾਂ ਨੂੰ ਅਪਣਾਉਣ ਵਾਲੇ ਵਿਦਵਾਨ, ਪੁਜਾਰੀ, ਪੰਡਤ, ਪ੍ਰੋਹਤ, ਜਿਨ੍ਹਾਂ ਨੂੰ ਸਮਝ ਪੈ ਗਈ ਵੀ ਰਵਿਦਾਸ ਜੀ ਦਾ ਜੀਵਨ ਕਿਸ ਗੱਲੋਂ ਦੂਜਿਆਂ ਨਾਲੋਂ ਵੱਖਰਾ ਹੈ, ਉਹਨਾਂ ਦੇ ਕਰਮ ਨੂੰ ਉੱਚਾ ਸਮਝ ਕੇ ਉਹ ਕੀ ਕਰਦੇ ਨੇ? ਡੰਡੌਤ, ਨਮਸਕਾਰ ਕਰਦੇ, ਰਿਸਪੈਕਟ ਦਿੰਦੇ ਨੇ, ਸਤਿਕਾਰ ਦਿੰਦੇ ਨੇ। ਤਿੰਨ ਤਨੈ ਰਵਿਦਾਸ ਦਾਸਾਨ ਦਾਸਾ, ਮੈਂ ਰੱਬ ਦੇ ਦਾਸਾਂ ਦਾ ਦਾਸ ਹਾਂ, ਸਤ ਸੰਗੀਆਂ ਦਾ ਆਦਰ ਕਰਨ ਵਾਲਾ ਰਵਿਦਾਸ ਹਾਂ। ਮੈਂ ਵੀ ਤੇ ਉਹਨਾਂ ਦਾ ਹੀ ਪੁੱਤਰ ਹਾਂ ਤੇ ਕਿਰਤ ਵੀ ਉਹੋ ਜਿਹੀ ਕਰਦਾ। ਪਰ ਮੇਰੇ ਤੇ ਉਹਨਾਂ ਦੇ ਜੀਵਨ 'ਚ ਇਹ ਫਰਕ ਹੈ ਵੀ ਮੈਂ ਮਾਨਸਿਕ ਆਤਮਕ ਗੁਲਾਮੀ ਨੂੰ ਦਰਕਨਾਰ ਕਰ ਦਿੱਤਾ, ਛੱਡ ਦਿੱਤਾ। ਮੈਂ ਪਰਮੇਸ਼ਰ ਨੂੰ ਸਰਵ ਵਿਆਪੀ ਜਾਣ ਲਿਆ ਤੇ ਮੈਂ ਆਪਣੇ ਕਰਮ ਨੂੰ ਉਜਲਾ ਕਰ ਲਿਆ, ਆਪਣੀ ਸੁਰਤ ਨੂੰ ਪਕੜ ਤੋਂ ਰਹਿਤ ਕਰ ਲਿਆ। ਮੈਂ ਆਪਣੇ ਜੀਵਨ 'ਚੋਂ ਭਗਤੀ ਵਾਲੇ ਗੁਣ ਵਸਾਏ। ਇਸ ਕਰਕੇ ਜਿਹੜੇ ਮੇਰੇ ਜਾਣਕਾਰ ਨੇ ਉਹ ਮੈਨੂੰ ਇਸ ਕਰਕੇ ਆਦਰ ਦਿੰਦੇ। ਸਹਿ ਮਿਹਰ ਕਰਨ
ਇਸ ਸ਼ਬਦ ਦਾ ਤਤ ਭਾਵ ਸਾਡੇ ਮਨਾਂ ਵਿੱਚ ਵਸੇ। ਗੁਰੂ ਦੇਵ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਾਰਿਆਂ ਦਾ ਧੰਨਵਾਦ। ਗੁਰੂ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।